वीडियो लैसन देख रहे सारे विद्यार्थियों ਨੂੰ ਸਾਰੇ ਸਟੂਡੈਂਟਸ ਨੂੰ ਮੇਰੇ ਵੱਲੋਂ ਜਾਨੀ ਕਿ ਰਾਜਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਹ ਲੈਸਨ 7ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਹੈ, 7th ਕਲਾਸ ਦੇ ਸਟੂਡੈਂਟਸ ਦੇ ਲਈ ਹੈ। ਇਹਦੇ ਵਿੱਚ ਅਸੀਂ ਮੈਥਮੈਟਿਕਸ ਦਾ ਚੈਪਟਰ ਹੈ ਆਪਣੇ ਕੋਲ ਅਲਜਬ੍ਰਿਕ ਐਕਸਪ੍ਰੈਸ਼ਨਸ, ਬੀਜ ਗਣਿਤਕ ਵਿਅੰਜਕ, ਠੀਕ ਹੈ, ਉਹ ਅਸੀਂ ਕਰਾਂਗੇ। ਜਿਹੜੇ ਬੱਚਿਆਂ ਨੇ ਚੈਪਟਰ ਪਹਿਲਾਂ ਕੀਤਾ ਹੈ ਜਾਂ ਜਿਨ੍ਹਾਂ ਨੇ ਨਹੀਂ ਕੀਤਾ ਉਹਨਾਂ ਦੇ ਲਈ ਵੀ ਇਹ ਵੀਡੀਓ ਲੈਸਨ ਬਹੁਤ ਲਾਹੇਵੰਦ ਹੈ, ਕਿਉਂਕਿ ਲਗਭਗ ਹਰ ਇੱਕ ਕਨਸੈਪਟ ਜਿਹੜਾ ਹੈ ਉਹ ਅਸੀਂ ਚੈਪਟਰ ਦਾ ਇਸ ਵੀਡੀਓ ਲੈਸਨ ਦੇ ਵਿੱਚ डिस्कस करेंगे। वर्कशीट दे राही असी अलग-अलग टॉपिक, अलग-अलग कॉन्सेप्ट ਜਿਹੜੇ ਇਸ ਚੈਪਟਰ ਦੇ ਆਪਾਂ ਡਿਸਕਸ ਕਰਾਂਗੇ, ਠੀਕ ਹੈ। तो बहुत इंपॉर्टेंट है पूरे चैप्टर ਦੀ ਰਿਵੀਜ਼ਨ ਕਰਨ ਵਾਸਤੇ ਵੀ ਔਰ ਪੂਰੇ ਚੈਪਟਰ ਦੇ ਬਾਰੇ ਜਾਣਨ ਦੇ ਲਈ ਵੀ ਇਹ ਵੀਡੀਓ ਲੈਸਨ ਤੁਹਾਡੀ ਬਹੁਤ ਮਦਦ ਕਰੇਗਾ, ਠੀਕ ਹੈ। तो शुरू ਕਰਦੇ ਹਾਂ ਆਪਾਂ। वर्कशीट 12 ਇਹ ਸਾਡੇ ਕੋਲ 12ਵਾਂ ਜਿਹੜਾ ਲੈਸਨ ਹੈ, 12ਵਾਂ ਅਧਿਆਇ ਹੈ ਅਲਜਬ੍ਰਿਕ ਵਿਅੰਜਕ, ਅਲਜਬ੍ਰਿਕ ਐਕਸਪ੍ਰੈਸ਼ਨਸ, ਠੀਕ ਹੈ। क्वेश्चन साडे कोल सब तो पहला तुसीं देख सकते हो, हेठां दिते व्यंजकां विचों ਉਹ ਪਦ ਲੱਭੋ जो अचल नहीं ਹਨ, जो अचल नहीं ਹਨ। फाइंड द टर्म्स which are not constant। तो पहले ते सानू ਇਹ ਚੀਜ਼ ਜਿਹੜੀ ਆ ਪਤਾ ਹੋਣੀ ਚਾਹੀਦੀ ਆ ਕਿ ਚਲ ਦਾ ਭਾਵ ਕੀ ਹੈ, ਅਚਲ ਦਾ ਭਾਵ ਕੀ ਹੈ। ਚਲ ਨੂੰ ਅਸੀਂ ਇੰਗਲਿਸ਼ ਚ ਬੋਲਦੇ ਆ ਵੇਰੀਏਬਲ। वेरी मैंने हुंदा चेंज होना, बदलना, वो चीज जिहड़ी समय दे नाल बदलदी है, ठीक है, वो वेरिएबल। अचल जिहड़ी कांस्टेंट है, जिहड़ी स्थिर रहिंदी है, उहनूं असीं अचल बोलदे हां, ठीक है। बदलने वालियां चीज़ां जिवें साडे कोल टैंपरेचर है, तापमान है दिन दा, वो साडे कोल जिहड़ा बदलदा है, ठीक है। ਅਸੀਂ ਕਾਰ ਚ ਜਾਂਦੇ ਆ ਤੇ ਕਾਰ ਦੀ ਸਪੀਡ ਜਿਹੜੀ ਹੈ ਉਹ ਬਦਲਦੀ ਹੈ, ਬੱਸ ਜਾਂਦੇ ਆ ਬੱਸ ਦੀ ਸਪੀਡ ਜਿਹੜੀ ਉਹ ਚੇਂਜ ਹੁੰਦੀ ਰਹਿੰਦੀ ਹੈ, ਠੀਕ ਹੈ। ਦਿਨ ਦੇ ਵੇਲੇ ਜਿਹੜੀ ਰੋਸ਼ਨੀ ਹੈ ਉਹ ਬਦਲਦੀ ਹੈ, ਦੁਪਹਿਰ ਦੇ ਵੇਲੇ ਰੋਸ਼ਨੀ ਬਹੁਤ ਹੁੰਦੀ ਹੈ, ਸ਼ਾਮ ਸਵੇਰ ਦੇ ਵੇਲੇ ਰੋਸ਼ਨੀ ਜਿਹੜੀ ਉਹ ਘੱਟ ਹੁੰਦੀ ਹੈ, ਠੀਕ ਹੈ। ਤਾਂ ਇਹ ਚੀਜ਼ਾਂ ਨੇ ਜਿਹੜੀਆਂ ਬਦਲਦੀਆਂ ਨੇ, ਉਹਨਾਂ ਨੂੰ ਅਸੀਂ ਚਲ ਬੋਲਦੇ ਆ ਜਾਂ ਵੇਰੀਏਬਲ ਬੋਲਦੇ ਆ। ਅਚਲ ਦਾ ਭਾਵ ਹੈ ਕਾਂਸਟੈਂਟ, ਜਿਹੜੀਆਂ ਚੀਜ਼ਾਂ ਸਥਿਰ ਰਹਿੰਦੀਆਂ ਨੇ। ਜਿਵੇਂ ਕਿ ਅਸੀਂ ਕਹਿ ਸਕਦੇ ਹਾਂ ਹਫ਼ਤੇ ਦੇ ਵਿੱਚ ਦਿਨਾਂ ਦੀ ਗਿਣਤੀ, ਇਹ ਸਿਰਫ ਬੇਸਿਕ ਜਿਹਾ ਸਮਝਣ ਵਾਸਤੇ ਹੈ। ਸਭ ਤੋਂ ਪਹਿਲਾਂ ਹਫ਼ਤੇ ਵਿੱਚ ਦਿਨਾਂ ਦੀ ਗਿਣਤੀ, ਠੀਕ ਹੈ। ਸਾਨੂੰ ਪਤਾ ਹੈ ਕਿ ਕੋਈ ਵੀ ਹਫ਼ਤਾ ਹੋਵੇ, ਹਫ਼ਤੇ ਦੇ ਵਿੱਚ ਦਿਨਾਂ ਦੀ ਜਿਹੜੀ ਗਿਣਤੀ ਹੈ ਉਹ ਹਮੇਸ਼ਾ ਕੀ ਰਹਿੰਦੀ ਹੈ, 7 ਰਹਿੰਦੀ ਹੈ। ਤਾਂ ਇਹਨੂੰ ਅਸੀਂ ਕਾਂਸਟੈਂਟ ਬੋਲਦੇ ਹਾਂ, ਅਚਲ ਹੈ, ਇਹ ਕਦੇ ਵੀ ਬਦਲਦੀ ਨਹੀਂ ਹੈ, ਚੇਂਜ ਨਹੀਂ ਹੁੰਦੀ, ਠੀਕ ਹੈ। ਜਨਵਰੀ ਮਹੀਨੇ ਵਿੱਚ ਦਿਨਾਂ ਦੀ ਗਿਣਤੀ ਅਸੀਂ ਕਹਿ ਸਕਦੇ ਹਾਂ ਉਹ ਕਦੇ ਨਹੀਂ ਬਦਲਦੀ, ਉਹ ਵੀ ਕਾਂਸਟੈਂਟ ਰਹਿੰਦੀ ਹੈ। 31 ਦਿਨ ਹੁੰਦੇ ਨੇ ਜਨਵਰੀ ਦੇ ਵਿੱਚ, ਤਾਂ ਉਹ 31 ਹੀ ਰਹਿੰਦੇ ਨੇ, ਕਦੇ 32 ਜਾਂ ਕਦੇ 30 ਨਹੀਂ ਹੁੰਦੇ, ਠੀਕ ਹੈ। ਇਸ ਤੋਂ ਇਲਾਵਾ ਫਰਵਰੀ ਚ ਜੇ ਅਸੀਂ ਗੱਲ ਕਰੀਏ ਤਾਂ ਦਿਨ ਜਿਹੜੇ ਉਹ ਬਦਲਦੇ ਨੇ, ਠੀਕ ਹੈ। ਲੀਪ ਦੇ ਸਾਲ ਵਿੱਚ ਫਰਵਰੀ ਦੇ ਵਿੱਚ 29 ਦਿਨ ਹੁੰਦੇ ਨੇ ਤੇ ਬਾਕੀ ਜਿਹੜੇ ਨਾਰਮਲ ਈਅਰਸ ਹੁੰਦੇ ਆ, ਬਾਕੀ ਸਾਲਾਂ ਦੇ ਵਿੱਚ ਲੀਪ ਦੇ ਸਾਲ ਦੇ ਵਿੱਚ ਜਿਹੜੇ ਫਰਵਰੀ ਦੇ ਦਿਨਾਂ ਦੀ ਗਿਣਤੀ ਹੈ, ਫਰਵਰੀ ਦੇ ਮਹੀਨੇ, ਉਹ 28 ਹੁੰਦੀ ਹੈ ਸਾਡੇ ਕੋਲ, ਠੀਕ ਹੈ। ਉਹ ਵੇਰੀਏਬਲ ਹੈ। ਤਾਂ ਹਰ ਇੱਕ ਚੀਜ਼ ਜਿਹੜੀ ਕੀਮਤ ਬਦਲਦੀ ਹੈ ਸਮੇਂ ਦੇ ਨਾਲ, ਉਹ ਸਾਡੇ ਕੋਲ ਵੇਰੀਏਬਲ ਹੁੰਦੀ ਹੈ, ਚਲ ਹੁੰਦੀ ਹੈ। ਤੇ ਜਿਹਦੀ ਕੀਮਤ ਨਹੀਂ ਬਦਲਦੀ ਉਹ ਸਾਡੇ ਕੋਲ ਕਾਂਸਟੈਂਟ, ਉਹਨਾਂ ਨੂੰ ਅਸੀਂ ਅਚਲ ਕਹਿੰਦੇ ਹਾਂ, ਠੀਕ ਹੈ। तो गणित ਦੇ ਵਿੱਚ, मैथमेटिक्स ਦੇ ਵਿੱਚ ਜਦੋਂ ਅਸੀਂ ਅਲਜਬਰੇ ਦੇ ਵਿੱਚ ਕੁਐਸਚਨਸ ਕਰਦੇ ਹਾਂ ਤਾਂ ਇਹਦੇ ਵਿੱਚ ਜਿਹੜੇ ਚਲ ਹੈ ਉਹ ਅਸੀਂ ਆਮ ਤੌਰ ਤੇ ਜਿਵੇਂ x ਲੈ ਲੈਂਦੇ ਆ, y ਲੈ ਲੈਂਦੇ ਆ, z ਲੈ ਲੈਂਦੇ ਆ। ਇਹਨਾਂ ਦੀ ਕੀਮਤ ਜਿਹੜੀ ਹੈ ਉਹ ਬਦਲਦੀ ਆ ਹਰ ਇੱਕ ਸਵਾਲ ਦੇ ਵਿੱਚ। x ਦੀ ਵੈਲਿਊ ਕਿਸੇ ਸਵਾਲ ਦੇ ਵਿੱਚ ਕੁਝ ਹੁੰਦੀ ਹੈ, ਦੂਸਰੇ ਸਵਾਲ ਦੇ ਵਿੱਚ ਉਹ ਚੇਂਜ ਹੋ ਕੇ ਹੋਰ ਹੋ ਜਾਂਦੀ ਹੈ, ਠੀਕ ਹੈ। ਸਵਾਲ ਤੇ ਡਿਪੈਂਡ ਕਰਦਾ ਹੈ। तो ਇਹ ਕੁਝ ਕੀਮਤਾਂ ਨੇ ਜਿਨ੍ਹਾਂ ਨੂੰ ਅਸੀਂ ਚਲ ਦੇ ਤੌਰ ਤੇ ਵਰਤਦੇ ਹਾਂ, ਠੀਕ ਹੈ। s ਵੀ ਵਰਤਦੇ ਹਾਂ, t p q, ਮਤਲਬ ਇਸ ਢੰਗ ਦੇ ਜਿਹੜੇ ਅਸੀਂ ਅੱਖਰ ਲੈਂਦੇ ਹਾਂ, ਇਹਨਾਂ ਨੂੰ ਅਸੀਂ ਚਲ ਬੋਲਦੇ ਹਾਂ, ਵੇਰੀਏਬਲ ਬੋਲਦੇ ਹਾਂ। ਅਚਲ ਸਾਡੇ ਕੋਲ ਕੀ ਹੁੰਦੇ ਨੇ? ਅਚਲ ਸਾਡੇ ਕੋਲ ਜਿਵੇਂ ਗਿਣਤੀ ਹੈ ਆਪਣੇ ਕੋਲ, ਹੁਣ ਜਿਹੜਾ 2 ਹੈ ਉਹ 2 ਹੀ ਰਹਿੰਦਾ, ਉਹ ਹਮੇਸ਼ਾ ਹੀ 2 ਰਹਿੰਦਾ। ਐਦਾਂ ਨਹੀਂ ਹੈ ਕਿ ਪਿਛਲੇ ਸਾਲ 2 1 ਸੀ ਤੇ ਐਤਕੀ 2 ਹੋ ਗਿਆ ਨਾ, 2 ਤਾਂ 2 ਹੀ ਰਹੇਗਾ। ਜਿਹੜਾ 3 ਹੈ ਉਹ 3 ਹੀ ਰਹੇਗਾ, 4 ਹੈ 4 ਹੀ ਰਹੇਗਾ। ਸਾਡੇ ਕੋਲ -100 ਸੀ ਲੈ ਲਈਏ ਤਾਂ ਇੰਨਾ ਹੀ ਰਹੇਗਾ, 101 ਲੈ ਲਈਏ ਇੰਨਾ ਹੀ ਰਹੇਗਾ, ਠੀਕ ਹੈ। ਤਾਂ ਇਹ ਜਿਹੜੀਆਂ ਗਿਣਤੀਆਂ ਨੇ ਸਾਡੇ ਕੋਲ, ਸੰਖਿਆਵਾਂ ਨੇ, ਇਹ ਸਾਡੇ ਕੋਲ ਅਚਲ ਹੁੰਦੀਆਂ ਨੇ, ਇਹਨਾਂ ਦੀ ਕੀਮਤ ਕਦੇ ਨਹੀਂ ਬਦਲਦੀ, ਠੀਕ ਹੈ। ਅਗਰ ਸਾਡੇ ਕੋਲ 1 ਜਮਾ 1 2 ਹੈ ਤਾਂ ਅੱਜ ਤੋਂ 10 ਸਾਲ ਬਾਅਦ ਵੀ 1 ਜਮਾ 1 2 ਹੀ ਹੋਏਗਾ, ਅੱਜ ਤੋਂ 10 ਸਾਲ ਪਿੱਛੇ ਵੀ 1 ਜਮਾ 1 2 ਹੀ ਹੋਏਗਾ। ਤਾਂ 1 ਤੇ 1 ਜਿਹੜਾ ਕਾਂਸਟੈਂਟ ਹੈ, ਅਚਲ ਹੈ, ਤਾਂ ਇਹਨਾਂ ਦਾ ਜੋੜ ਜਿਹੜਾ ਉਹ ਵੀ ਸਾਡੇ ਕੋਲ ਅਚਲ ਹੈ, ਕਾਂਸਟੈਂਟ ਹੈ, ਠੀਕ ਹੈ। जद कि एक्स वाई जेड ਇਹ ਅਸੀਂ ਅਲੱਗ-ਅਲੱਗ ਸਵਾਲਾਂ ਦੇ ਵਿੱਚ ਇਹਨਾਂ ਦੀਆਂ ਕੀਮਤਾਂ ਜਿਹੜੀਆਂ ਉਹ ਅਲੱਗ-ਅਲੱਗ ਲੈ ਸਕਦੇ ਹਾਂ। तो ਹੁਣ ਆਪਾਂ ਗੱਲ ਕਰੀਏ ਸਵਾਲ ਦੇ ਵਿੱਚ ਸਾਨੂੰ ਇਹ ਪੁੱਛਿਆ ਗਿਆ ਹੇਠਾਂ ਦਿੱਤੇ ਵਿਅੰਜਕਾਂ ਵਿੱਚੋਂ ਉਹ ਪਦ ਲੱਭੋ ਜੋ ਅਚਲ ਨਹੀਂ ਹਨ, find the terms which are not constant। तो ਇਹਦੇ ਵਿੱਚ ਸਾਡੇ ਕੋਲ ਇਹ ਵਿਅੰਜਕ ਜਿਹੜੇ ਦਿੱਤੇ ਹੋਏ ਨੇ, ਜਿਵੇਂ xy = 4, ਠੀਕ ਹੈ।
और ये साडे कोल दूजा व्यंजक है 13 घटाओ y स्क्वायर, और ये साडे कोल 13 माइनस 5y स्क्वायर है, 13 घटाओ 5y स्क्वायर, स्क्वायर का मतलब वर्ग है, y का वर्ग है ना, और ये साडे कोल 4 पी स्क्वायर क्यू माइनस 3 पी क्यू स्क्वायर प्लस 5। तो तीन चार ਜਿਹੜੇ ਸਾਡੇ ਕੋਲ ਐਕਸਪ੍ਰੈਸ਼ਨ ਇਹਦੇ ਚ ਦਿੱਤੇ ਹੋਏ ਆ ਅਲਜਬ੍ਰਿਕ ਐਕਸਪ੍ਰੈਸ਼ਨ, ਇਹਨਾਂ ਵਿੱਚੋਂ ਅਸੀਂ ਉਹ ਪਦ ਲੱਭਣੇ ਨੇ ਜਿਹੜੇ ਕਿ ਅਚਲ ਨਹੀਂ ਨੇ। तो ਇਹਨੂੰ ਅਸੀਂ ਕਿਵੇਂ ਕਰਾਂਗੇ ਉਹ ਆਪਾਂ ਦੇਖ ਲੈਣੇ ਇੱਥੇ। ਸਭ ਤੋਂ ਪਹਿਲਾਂ ਅਸੀਂ ਇੱਥੇ ਕਾਲਮ ਬਣਾ ਲੈਣੇ ਆ ਚਾਰ। ਸਭ ਤੋਂ ਪਹਿਲੇ ਦੇ ਵਿੱਚ ਅਸੀਂ ਲਿਖਦੇ ਆ ਵਿਅੰਜਕ, ਠੀਕ ਹੈ। ਉਸ ਤੋਂ ਬਾਅਦ ਸਾਨੂੰ ਇਹਨਾਂ ਦੇ ਵਿੱਚ ਇਹ ਪੁੱਛਿਆ ਗਿਆ ਹੈ ਇਹਨਾਂ ਵਿਅੰਜਕਾਂ ਦੇ ਵਿੱਚ ਉਹ ਪਦ ਜਿਨ੍ਹਾਂ ਦੇ ਵਿੱਚ ਅਚਲ ਨਹੀਂ ਹਨ। ਫਿਰ ਅਸੀਂ ਅੱਗੇ ਲਿਖਾਂਗੇ ਉਹ ਪਦ ਜਿਨ੍ਹਾਂ ਵਿੱਚ ਅਚਲ ਨਹੀਂ ਹਨ। ਉਹ ਪਦ ਜਿਨ੍ਹਾਂ ਵਿੱਚ ਅਚਲ ਨਹੀਂ ਹਨ। अचल नहीं हैं का भाव है कि कांस्टेंट नहीं है। तो ये हुण आपां इहनूं किवें करना है, देखो जिवें सब तो पहला जिहड़ा व्यंजक है साडे कोल, इत्थे मैं लिख लैंदा नंबर 1। पहला व्यंजक है मेरे कोल x y जमा 4। तो इहदे विच साडे कोल दो पद ने, दो टर्म्स ने। एक टर्म जिहड़ी x y है, x y नूं असीं एक टर्म गिणना, और जिहड़ा 4 है साडे कोल दूसरा पद है, दूसरी टर्म है, सैकेंड टर्म है, ठीक है। तो पहली चीज तो सानू ये पता होनी चाहिए कि किसी भी व्यंजक दे विच जिहड़े पदां दी गिणती है वो साडे कोल कितनी है। पद जिहड़े ने वो हमेशा जोड़ या घटाओ दे निशान दे नाल वखरे वखरे हुंदे। जिवें x ते y है, x y दा जिहड़ा मतलब है, इहदा मतलब है कि x गुणा y, इहनूं असीं एक ही पद गिणना है, एक टर्म गिणना है इहनूं असीं, ठीक है। पर जदों साडे कोल विच प्लस दा निशान आके अगे 4 आ गया, तो ये जिहड़ा 4 है प्लस जिहड़ा है वो 4 नूं दूजा पद, दूसरी टर्म बना दिंदा है, ठीक है। इसी तरह घटाओ दा निशान आता है उहदे नाल भी साडे कोल जिहड़ा अगला पद है वो बन जाता है, ठीक है। तो पहला साडे कोल जिहड़ा व्यंजक है वो है x y जमा 4, x y जमा 4। हुण इहदे विच दो पद ने साडे कोल, उहनां दे विचों किहड़ा पद है जिहदे विच अचल नहीं है। तो असीं देख सकदे हां जिहड़ा 4 है ये साडे कोल की है, ये साडे कोल अचल पद है, ठीक है ना। ये साडे कोल अचल पद है, इहदे विच साडे कोल कोई भी वेरिएबल नहीं है। पर क्वेश्चन च असीं दसना है वो पद जिहड़ा अचल नहीं है। तो ये जिहड़ा पद है ये साडे कोल अचल नहीं है, ये साडे कोल चल है, ठीक है। तो ਇਹਦਾ ਜਿਹੜਾ ਉੱਤਰ ਹੈ ਉਹ ਸਾਡੇ ਕੋਲ ਕੀ ਆਏਗਾ xy। ਜੇ ਸਾਨੂੰ ਇਹ ਪੁੱਛਿਆ ਗਿਆ ਹੁੰਦਾ ਕਿ ਇਹਦੇ ਵਿੱਚ ਅਚਲ ਪਦ ਕਿਹੜਾ ਹੈ, ਫਿਰ ਇਹਦਾ ਉੱਤਰ ਸਾਡੇ ਕੋਲ 4 ਹੁੰਦਾ। ਪਰ ਪੁੱਛਿਆ ਕੀ ਗਿਆ ਹੈ ਕਿ ਉਹ ਪਦ ਜਿਹੜਾ ਅਚਲ ਨਹੀਂ ਹੈ। ਦੂਸਰਾ ਸਵਾਲ ਇਹਦੇ ਵਿੱਚ ਸਾਡੇ ਕੋਲ ਹੈ 13 ਘਟਾਓ y ਸਕੁਆਇਰ। ਤੇ ਮੈਨੂੰ ਲੱਗਦਾ ਤੁਸੀਂ ਸਮਝ ਗਏ ਹੋਵੋਗੇ ਇਹਦਾ ਜਿਹੜਾ ਉੱਤਰ ਹੈ ਉਹ ਸਾਡੇ ਕੋਲ ਕੀ ਆਏਗਾ। ਇਹਦੇ ਵਿੱਚ ਜਿਹੜਾ ਉੱਤਰ ਹੈ ਸਾਡੇ ਕੋਲ ਉਹ ਕੀ ਆਏਗਾ। ਹੁਣ ਇਹਨਾਂ ਦੋਨੋਂ ਪਦਾਂ ਦੇ ਵਿੱਚੋਂ ਕਿਹੜਾ ਪਦ ਹੈ ਜਿਹੜਾ ਅਚਲ ਨਹੀਂ ਹੈ, ਉਹ ਹੈ ਸਾਡੇ ਕੋਲੇ -y ਸਕੁਆਇਰ, ठीक है। घटाओ दे y ਦੀ ਘਾਤ 2, क्योंकि दूसरा ਜਿਹੜਾ ਪਦ ਹੈ ਉਹ ਸਾਡੇ ਕੋਲ ਅਚਲ ਹੈ। ਇਸ ਤੋਂ ਬਾਅਦ ਹੈ ਸਾਡੇ ਕੋਲ 13 - 5 ਸਕੁਆਇਰ, 13 - 5 ਸਕੁਆਇਰ, ਉਹ ਅਸੀਂ ਇੱਥੇ ਲਿਖ ਲੈਣੇ ਆ 5y ਸਕੁਆਇਰ, ठीक है। तो अगला ਜਿਹੜਾ व्यंजक है वो ਸਾਡੇ ਕੋਲ 4p ਸਕੁਆਇਰ क्यू -3p q square -3p q square plus 5, ठीक है, plus 5। तो ये साडे कोल अगला व्यंजक है। तो ਇਹਦੇ ਵਿੱਚ ਕਿਹੜਾ ਪਦ ਹੈ ਜਿਹੜਾ ਅਚਲ ਨਹੀਂ ਹੈ। तो ये 13 अचल है ਤੇ 5y स्क्वायर ਜਿਹੜਾ ਹੈ ਇਹ ਸਾਡੇ ਕੋਲ ਅਚਲ नहीं है। ਇਹਨੂੰ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹਦੇ ਵਿੱਚ 5 ਹੈ ਇਸ ਕਰਕੇ ਕਾਂਸਟੈਂਟ ਹੈ, ਠੀਕ ਹੈ। तो 5 ਦੇ ਨਾਲ ਕਿਉਂਕਿ y ਹੈ ਉਹਦੇ ਕਰਕੇ ਇਹ ਸਾਡੇ ਕੋਲ ਜਿਹੜਾ ਵੇਰੀਏਬਲ ਬਣ ਜਾਂਦਾ ਹੈ, ਠੀਕ ਹੈ, ਚਲ ਪਦ ਬਣ ਜਾਂਦਾ ਹੈ। तो ਇਹਦੇ ਵਿੱਚੋਂ ਸਾਡੇ ਕੋਲ ਇਹ ਦੋਨੋਂ ਜਿਹੜੇ ਪਹਿਲੇ ਪਦ ਨੇ ਇਹ ਪਦ ਤੇ ਦੂਸਰਾ ਪਦ ਜਿਹੜਾ ਹੈ ਦੋਨੋਂ ਪਦ ਹੀ ਸਾਡੇ ਕੋਲ ਚਲ ਪਦ ਨੇ, ਅਚਲ ਪਦ ਨਹੀਂ ਨੇ, ਠੀਕ ਹੈ। तो ਅਚਲ ਪਦ ਦੇ ਵਿੱਚ ਸਿਰਫ 5 ਹੈ, तो ਉੱਤਰ ਜਿਹੜਾ ਸਾਡੇ ਕੋਲ ਦੂਸਰੇ ਦੋਨੋਂ ਪਦ ਆਣਗੇ। तो ਪਹਿਲਾ ਸਾਡੇ ਕੋਲ ਹੈ 4p स्क्वायर q, ठीक है, और दूसरा ਜਿਹੜਾ पद है ਜਿਹੜਾ ਕਿ ਅਚਲ नहीं है वो ਸਾਡੇ ਕੋਲ 3p स्क्वायर ਬਣ ਜਾਏਗਾ, ठीक है। तो ਇਸ ਢੰਗ ਦੇ ਨਾਲ ਸਾਡੇ ਕੋਲ ਇਸ ਸਵਾਲ ਦਾ ਉੱਤਰ ਜਿਹੜਾ ਅਸੀਂ ਉਹ ਲਿਖ ਸਕਦੇ ਹਾਂ। ਮੈਨੂੰ ਉਮੀਦ ਹੈ ਕਿ ਤੁਸੀਂ ਇਹਦੇ ਵਿੱਚ ਚਲ ਤੇ ਅਚਲ ਪਦਾਂ ਦੇ ਬਾਰੇ ਜਾਣਿਆ ਹੋਵੇਗਾ ਤੇ ਕਿਵੇਂ ਅਸੀਂ ਉਹਨਾਂ ਨੂੰ ਪਛਾਣਨਾ ਹੈ ਉਹ ਵੀ ਆਪਾਂ ਇਹਦੇ ਵਿੱਚ
सीखा है। ठीक है, बड़े ध्यान दे नाल ये चीज़ पढ़नी है। ਇਹਦੇ ਵਿੱਚ अचल है या अचल नहीं है, ਇਹਦੇ 'ਚ ਇਹ नहीं किया गया कि ਕਿਹੜਾ पद ਜਿਹੜਾ ਉਹ चल है, चल वाला है, उल्टा पूछा गया अचल नहीं है भाव के चल वाला है। तो अगला सवाल साडे कोल है हेठ, हेलो, अगला सवाल साडे कोल है हेठ दिते व्यंजकां विचों ਉਹ पद ਲੱਭੋ ਜਿਹੜੇ अचल नहीं ਹਨ, फाइंड द टर्म्स which are not constant। ਇਹ ਵੀ ਬਿਲਕੁਲ ਉਸੇ ਢੰਗ ਦੇ ਨਾਲ ਹੈ। ਇਹਦੇ ਵਿੱਚ ਵੀ ਪਹਿਲਾਂ ਅਸੀਂ ਇੱਥੇ ਜਿਹੜਾ ਵਿਅੰਜਕ ਉਹ ਲਿਖ ਲਵਾਂਗੇ, व्यंजक, फिर ਅਸੀਂ ਲਿਖਾਂਗੇ ਉਹ ਪਦ ਜੋ अचल नहीं ਹਨ। ਉਹ पद जो अचल नहीं है, या ਅਸੀਂ ਇੱਥੇ ਲਿਖਾਂਗੇ द टर्म्स दोज टर्म विच आर नॉट कॉन्स्टेंट। ठीक है, तो पद साडे कोल किहड़े किहड़े ने वो सारे इत्थे ਅਸੀਂ लिख लेने। सब तो पहला जिहड़ा साडे कोल व्यंजक सॉरी किहड़े किहड़े ने, x-3 है ते दूसरा जिहड़ा व्यंजक है वो है साडे कोल 1 जमा x जमा x², और तीसरा पद साडे कोल है -4x + 5, चौथा पद साडे कोल है 3/4x, और अगला पद है साडे कोल इहदे नाल ही साडे कोल 3/4x जमा 1/4 आएगा, और आखिरी पद है साडे कोल PQ जमा 5। पंजवां पद है PQ जमा 5। ठीक है, तो ਇਹਦੇ ਵਿੱਚੋਂ ਵੀ ਹੁਣ ਅਸੀਂ ਇਹ ਪਛਾਣਾਂਗੇ ਕਿ ਕਿਹੜੇ-ਕਿਹੜੇ ਪਦ ਨੇ ਜਿਨ੍ਹਾਂ ਦੇ ਜੋ ਕਿ ਅਚਲ ਨਹੀਂ ਹਨ। तो बिल्कुल पिछले सवाल ਦੇ ਵਾਂਗ ਹੀ ਇਹਦੇ ਵਿੱਚ ਆਪਾਂ तो बिल्कुल पिछले सवाल ਦੇ ਵਾਂਗ ਹੀ ਇਹਦੇ ਵਿੱਚ ਆਪਾਂ ਦੇਖਣਾ ਹੈ। ਇਹਦੇ ਵਿੱਚ ਜਿਹੜਾ ਪਹਿਲਾ ਪਦ ਹੈ x ਵਾਲਾ ਉਹ ਸਾਡੇ ਕੋਲ ਅਚਲ ਨਹੀਂ ਹੈ, ਔਰ ਇਹ ਦੂਸਰੇ ਸਵਾਲ ਦੇ ਵਿੱਚ ਸਾਡੇ ਕੋਲ ਦੋ ਪਦ ਨੇ, ਇੱਕ x ਤੇ ਇੱਕ x²। ਠੀਕ ਹੈ, ਜਿਹੜੇ ਕਿ ਅਚਲ नहीं ਹਨ। तीजे सवाल दे विच साडे कोल -4x जिहड़ा पहला पद है वो अचल नहीं है। ठीक है, तो चौथे सवाल दे विच जिहड़ा इहदा उत्तर है ये साडे कोल आएगा 3/4x। ठीक है, तो जदों साडे कोल चल दे नाल इत्थे ध्यान दे विच रखना है, चल दे नाल अचल दी गुणा हुई है तां इहनूं असीं चल ही गिणना है। ठीक है, इहनूं असीं वेरीएबल ही गिणांगे क्योंकि अचल दी जिहड़ी चल दी कीमत है वो साडे कोल बदलदी रहेगी, वो बदलन दे नाल साडे कोल ये जिहड़ा गुणनफल है वो भी बदलदा रहेगा। ठीक है, तो x साडे कोल चल है 3/4, जिहड़ा x साडे कोल चल है 3/4 अचल है, पर दोनों का जिहड़ा गुणनफल है वो साडे कोल अचल नहीं होएगा, भाव के चल होएगा। सो इसी तरह पंजवें का जिहड़ा उत्तर है वो साडे कोल आएगा P गुणा Q। ठीक है, इस तो बाद अगला सवाल है साडे कोल हेठ दिते व्यंजकां विचों ਉਹ पद पछाणो जिन्हां विच x है ते फिर इन्हां विच x दा गुणांक लिखो। Find the terms containing x in it and then find coefficient of x। तो गुणांक ਦੇ ਬਾਰੇ ਅਸੀਂ ਸਮਝਾਂਗੇ ਇਸ ਸਵਾਲ ਦੇ ਵਿੱਚ। ਠੀਕ ਹੈ, ਇਹਦੇ ਵਿੱਚ ਸਾਡੇ ਕੋਲ 4 ਸਵਾਲ ਦਿੱਤੇ ਹੋਏ ਨੇ, ਬਿਲਕੁਲ ਉਸੇ ਢੰਗ ਦੇ ਨਾਲ ਅਸੀਂ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਇੱਥੇ ਜਿਹੜਾ ਉਹ ਵਿਅੰਜਕ ਲਿਖ ਲਵਾਂਗੇ। ठीक है, फिर ਅਸੀਂ ਇੱਥੇ ਲਿਖਾਂਗੇ x ਵਾਲੇ पद, टर्म्स कंटेनिंग x वाले पद, ते तीसरे कॉलम विच ਅਸੀਂ लिखांगे x ਦਾ गुणांक, कोएफिशिएंट ऑफ x। ठीक है बच्चों, तो ਇਹਦੇ ਵਿੱਚ ਜਿਹੜਾ ਪਹਿਲਾ सवाल है ਸਾਡੇ ਕੋਲ ਉਹ है ਪਹਿਲਾ ਜਿਹੜਾ ਅਲਜਬ੍ਰਿਕ ਐਕਸਪ੍ਰੈਸ਼ਨ ਹੈ y² x + y। तो ਇਹਦੇ ਵਿੱਚ x ਕਿਹੜਾ ਸਾਡੇ ਕੋਲ ਪਦ ਹੈ, ਕਿਹੜੀ ਟਰਮ ਹੈ ਜਿਹਦੇ ਵਿੱਚ x ਹੈ, ਉਹ ਸਾਡੇ ਕੋਲ ਪਹਿਲਾ ਪਦ ਹੈ। तो ਅਸੀਂ ਇਹ ਪਹਿਲਾ ਪਦ ਜਿਹੜਾ ਇੱਥੇ ਲਿਖ ਦਿਆਂਗੇ y² x। ਠੀਕ ਹੈ, ਕਿਉਂਕਿ ਇਹਦੇ ਵਿੱਚ x ਜਿਹੜਾ ਉਹ ਸ਼ਾਮਿਲ ਹੈ। तो ਹੁਣ ਇੱਥੇ ਪੁੱਛਿਆ ਗਿਆ x ਦਾ ਗੁਣਾਂਕ। x ਦਾ ਗੁਣਾਂਕ ਦਾ ਭਾਵ ਹੈ ਕਿ x ਨੂੰ ਛੱਡ ਕੇ ਜੋ ਬਾਕੀ ਸਾਡੇ ਕੋਲ ਇਹਦੇ ਵਿੱਚ ਜੋ ਵੀ ਬਚਦਾ ਹੈ ਉਹ ਸਾਰਾ x ਦਾ ਗੁਣਾਂਕ ਹੈ। ਠੀਕ ਹੈ, ਸੋ ਇਹਦੇ ਵਿੱਚ ਸਾਡੇ ਕੋਲ x ਦਾ ਜਿਹੜਾ ਗੁਣਾਂਕ ਹੈ ਉਹ ਕੀ ਆਏਗਾ y²। ਠੀਕ ਹੈ, ਇਸ ਤੋਂ ਬਾਅਦ ਦੂਸਰਾ ਜਿਹੜਾ ਸਵਾਲ ਹੈ ਸਾਡੇ ਕੋਲ 13y² 13y² -8yx। ठीक है, -8yx।
तो ਇਹਦੇ ਵਿੱਚ ਜਿਹੜਾ x ਵਾਲਾ ਪਦ ਹੈ ਉਹ ਅਸੀਂ ਦੇਖ ਸਕਦੇ ਹਾਂ ਕਿ ਸਾਡੇ ਕੋਲ ਦੂਸਰਾ ਪਦ ਹੈ ਜਿਹੜਾ x ਵਾਲਾ, ਇਹਦੇ ਜਿਹੜਾ ਸਾਈਨ ਹੈ ਇਹਦਾ ਘਟਾਓ ਦਾ ਮਾਈਨਸ ਦਾ ਉਹ ਵੀ ਅਸੀਂ ਨਾਲ ਹੀ ਲਵਾਂਗੇ। ਠੀਕ ਹੈ, तो 8yx ਸਾਡੇ ਕੋਲ ਆ ਗਿਆ। तो ਇਹਦੇ ਵਿੱਚ ਇਸ ਪਦ ਦੇ ਵਿੱਚ x ਦਾ ਗੁਣਾਂਕ ਮਤਲਬ ਕਿ x ਨੂੰ ਛੱਡ ਕੇ ਬਾਕੀ ਜੋ ਨਾਲ ਜਿਹੜੀ ਚੀਜ਼ ਕੁਝ ਵੀ ਜੋ ਮਲਟੀਪਲਾਈ ਹੋਇਆ ਗੁਣਾ ਹੋਇਆ ਉਹ ਸਾਡੇ ਕੋਲ x ਦਾ ਗੁਣਾਂਕ ਹੈ। x ਨੂੰ ਅਸੀਂ ਛੱਡ ਦੇਣਾ, ਬਾਕੀ ਜੋ ਹੈ ਉਹ ਅਸੀਂ ਅਗਲੇ ਕਾਲਮ ਦੇ ਵਿੱਚ ਇੱਥੇ ਲਿਖ ਦੇਵਾਂਗੇ। ਠੀਕ ਹੈ, तो ਇਸ ਪਦ ਦੇ ਵਿੱਚ x ਦਾ ਜਿਹੜਾ ਗੁਣਾਂਕ ਹੈ ਉਹ ਸਾਡੇ ਕੋਲ -8y ਹੈ। ਇਸ ਤੋਂ ਬਾਅਦ ਹੈ ਸਾਡੇ ਕੋਲ ਤੀਸਰਾ ਸਵਾਲ x + y + 2। ठीक है, तो ਇਹਦੇ ਵਿੱਚ ਸਾਡੇ ਕੋਲ ਤਿੰਨ ਪਦ ਨੇ, ਇਹ ਪਹਿਲਾ ਪਦ ਹੈ, ਦੂਸਰਾ ਪਦ ਹੈ, ਤੀਸਰਾ ਪਦ ਹੈ। ਪਹਿਲਾ ਪਦ x, ਦੂਸਰਾ ਪਦ y, ਤੀਸਰਾ ਪਦ 2। तो ਇਹਦੇ ਵਿੱਚ ਅਸੀਂ ਦੇਖ ਸਕਦੇ ਹਾਂ x ਜਿਹੜਾ ਉਹ ਇਕੱਲੇ ਪਹਿਲੇ ਪਦ ਦੇ ਵਿੱਚ ਹੈ। ਠੀਕ ਹੈ, तो ਇਹਨੂੰ ਅਸੀਂ ਲਿਖਾਂਗੇ x ਵਾਲਾ ਜਿਹੜਾ ਸਾਡੇ ਕੋਲ ਪਦ ਹੈ ਉਹ x ਹੀ ਹੈ ਖੁਦ। तो ਇਹਦੇ ਵਿੱਚ ਹੁਣ x ਦਾ ਜਿਹੜਾ ਗੁਣਾਂਕ ਹੈ ਉਹ ਸਾਡੇ ਕੋਲ ਕੀ ਹੋਏਗਾ? ਅਗਰ x ਦੇ ਨਾਲ ਕੋਈ ਵੀ ਨੰਬਰ ਇੱਥੇ ਗੁਣਾ ਨਹੀਂ ਹੋਇਆ ਇਹਦਾ ਭਾਵ ਹੈ ਕਿ x ਨੂੰ ਅਸੀਂ 1x ਤਾਂ ਲਿਖ ਹੀ ਸਕਦੇ ਹਾਂ, 1 ਗੁਣਾ x। ਠੀਕ ਹੈ, तो अगर साडे कोल x दे नाल कोई भी होर इत्थे संख्या जिहड़ी है नाल कोई होर वेरिएबल नहीं है, तो असी ये नहीं कहना कि इत्थे x नूं हटा दईए तो पिछे 0 बचेगा। 0 नहीं बचेगा, क्योंकि अगर असी 0 गुणा x लिखिए फिर तो 0 ही हो जाएगा, फिर वो x नहीं हो सकता। ठीक है, तो अगर साडे कोल x दे नाल होर कोई भी संख्या जिहड़ी नहीं है तो x दे नाल जिहड़ा x दा गुणांक है उस वेले साडे कोल की हुंदा है? 1 हुंदा। ठीक है, तो इहदे विच x दा जिहड़ा गुणांक है वो साडे कोल की हो जाएगा? x हो जाएगा, 1 हो जाएगा। इस तो बाद चौथा सवाल है साडे कोल 5 + z + zx। तो ਇਹਦੇ ਵਿੱਚ ਵੀ ਸਾਡੇ ਕੋਲ ਤਿੰਨ ਜਿਹੜੇ ਪਦ ਨੇ, ਤਿੰਨ ਟਰਮਸ ਨੇ, ਉਹਦੇ ਵਿੱਚੋਂ ਜਿਹੜਾ zx ਹੈ ਸਾਡੇ ਕੋਲ x ਵਾਲਾ ਪਦ ਹੈ ਔਰ ਇਹਦੇ ਵਿੱਚ x ਦਾ ਗੁਣਾਂਕ ਕੀ ਹੈ? ਭਾਵ x ਦੇ ਨਾਲ ਜੋ ਵੀ ਚੀਜ਼ ਮਲਟੀਪਲਾਈ ਹੋਈ ਹੈ ਉਹ ਹੈ ਸਾਡੇ ਕੋਲ z। ਠੀਕ ਹੈ, तो इस ढंग दे नाल असीं x वाले पद जिहड़े आ वो इस इन्हां व्यंजकां दे विच पहलां लभे ते फिर उन्हां दे विच x दा जिहड़ा गुणांक है वो असीं लिखिआ। ठीक है, बहुत सौखे सवाल ने, बड़े ध्यान दे नाल इन्हां नूं करोगे तां इह तुहानूं याद भी रहणगे। इन्हां नूं तुसीं पेपर दे विच जिहड़े सवाल है वो भी इहो ਜਿਹੇ पुछे जांदे ने। ठीक है, तो अज दी वर्कशीट दा जिहड़ा अगला सवाल है साडे कोल हेठ दित्ते व्यंजकां विचों ਉਹ पद ਪਛਾਣੋ ਜਿਨ੍ਹਾਂ ਵਿੱਚ y² है ਤੇ ਫਿਰ ਇਹਨਾਂ ਵਿੱਚ y² ਦਾ ਗੁਣਾਂਕ ਲਿਖੋ। ਜਿਵੇਂ ਅਸੀਂ ਪਿਛਲੇ ਸਵਾਲ ਦੇ ਵਿੱਚ x ਵਾਲੇ ਪਦ ਪਛਾਣੇ ਸੀ ਤੇ ਫਿਰ ਉਹਦੇ ਵਿੱਚੋਂ x ਦਾ ਗੁਣਾਂਕ ਲੱਭਿਆ ਸੀ, ਇਸ ਵਾਰ ਸਾਡੇ ਕੋਲ ਜਿਹੜੇ ਪਦ ਨੇ ਉਹ ਅਸੀਂ y² ਵਾਲੇ ਪਛਾਣਨੇ ਨੇ ਤੇ ਉਹਦੇ ਵਿੱਚੋਂ y² ਦਾ ਜਿਹੜਾ ਗੁਣਾਂਕ ਹੈ ਉਹ ਅਸੀਂ ਪਤਾ ਕਰਾਂਗੇ। ਠੀਕ ਹੈ, तो ਸਭ ਤੋਂ ਪਹਿਲਾਂ ਅਸੀਂ ਬਿਲਕੁਲ ਉਸੇ ਢੰਗ ਦੇ ਨਾਲ ਇੱਥੇ ਵਿਅੰਜਕ ਲਿਖਾਂਗੇ। ਇਸ ਤੋਂ ਬਾਅਦ y² ਵਾਲੇ ਪਦ ਤੇ y² ਦਾ ਗੁਣਾਂਕ, मतलब जिन्हां पदां दे विच y² है ਉਹਦੇ ਵਿੱਚ y² ਦਾ ਜਿਹੜਾ ਗੁਣਾਂਕ ਹੈ ਉਹ ਅਸੀਂ ਲਿਖਾਂਗੇ। ठीक है, तो पहला ਜਿਹੜਾ सवाल है वो ਸਾਡੇ ਕੋਲ है 8 - xy²। ठीक है, 8 घटाओ xy ਦੀ ਘਾਤ 2। तो ਇਹਦੇ ਵਿੱਚ y² ਵਾਲਾ ਜਿਹੜਾ ਵਾਲੀ ਟਰਮ ਹੈ ਉਹ ਸਾਡੇ ਕੋਲ ਦੂਸਰੀ ਟਰਮ ਹੈ, ਇਹਨੂੰ ਅਸੀਂ ਲਿਖ ਸਕਦੇ ਹਾਂ -xy²। ਨਾਲ ਸਾਈਨ ਨਾਲ ਲਿਖਣਾ है, अगर घटाओ है तो घटाओ लगानी है, अगर जोड़ है जमा ਦਾ है तो ਅਸੀਂ ਜਮਾ ਨੂੰ ਉੱਥੇ ਛੱਡ ਵੀ ਸਕਦੇ ਹਾਂ, ਨਹੀਂ ਵੀ ਲਿਖ ਸਕਦੇ। ठीक है, तो ਇਹਦੇ ਵਿੱਚ ਹੁਣ y² ਦਾ ਗੁਣਾਂਕ ਜਦੋਂ ਅਸੀਂ ਲਿਖਾਂਗੇ तो -xy² ਦੇ ਵਿੱਚੋਂ ਜਦੋਂ y² ਦਾ ਗੁਣਾਂਕ ਲਿਖਣਾ ਹੈ ਭਾਵ ਕਿ y² ਨੂੰ ਮਿਟਾ ਦਿਓ तो जो बाकी बच गया वो साडा आंसर है। ठीक है, तो ਇਹਦੇ ਵਿੱਚ ਜਿਹੜਾ y² ਦਾ ਗੁਣਾਂਕ ਹੈ ਉਹ ਇਸ ਪਦ ਦੇ ਵਿੱਚ ਕੀ ਆ ਜਾਏਗਾ ਸਾਡੇ ਕੋਲ -x। ठीक, तो इस तो बाद दूसरा जिहड़ा साडे कोल व्यंजक है, अलजेब्रिक एक्सप्रेशन है, वो साडे कोल 5y² + 7x है। ठीक है, गुणांक नूं आपां इंग्लिश दे विच कोफिशिएंट बोलदे हैं, कोफिशिएंट ऑफ y²। ठीक है, फाइंड द टर्म्स कंटेनिंग y² in it and then find the coefficient of y²। y² ਦਾ ਗੁਣਾਂਕ ਜਿਹੜਾ ਅਸੀਂ ਪਤਾ ਕਰਨਾ ਹੈ। तो ਇਹਦੇ ਵਿੱਚ ਅਸੀਂ ਦੇਖ ਸਕਦੇ ਹਾਂ y² ਵਾਲਾ ਜਿਹੜਾ ਪਦ ਹੈ ਸਾਡੇ ਕੋਲ ਉਹ ਕਿਹੜਾ ਹੈ? ਉਹ ਪਹਿਲਾ ਹੈ 5y²। तो ਇੱਥੇ ਅਸੀਂ ਲਿਖਾਂਗੇ 5y², y² ਵਾਲਾ ਪਦ ਆ ਜਾਏਗਾ ਇਸ ਕਾਲਮ ਦੇ ਵਿੱਚ। ਠੀਕ ਹੈ, ਔਰ ਅੱਗੇ ਜਿਹੜਾ y² ਦਾ ਇਹਦੇ ਵਿੱਚ ਗੁਣਾਂਕ ਕੀ ਆਏਗਾ? ਬਿਲਕੁਲ ਸਹੀ ਪਛਾਣਿਆ ਹੋਏਗਾ ਤੁਸੀਂ 5। ठीक है, y² ਦੇ ਨਾਲ ਜੋ ਵੀ ਸੰਖਿਆ ਗੁਣਾ ਹੋਈ ਹੈ ਉਹ ਸਾਡੇ ਕੋਲ ਉਹਦਾ ਗੁਣਾਂਕ ਬਣ ਜਾਂਦਾ ਹੈ। ਇਸ ਤੋਂ ਬਾਅਦ ਤੀਸਰਾ ਸਵਾਲ ਹੈ ਸਾਡੇ ਕੋਲ 2x⁻2y -15xy² और +7y²। ठीक है, तो ਇਹਦੇ ਵਿੱਚ ਹੁਣ y ਵਾਲੇ ਸਾਡੇ ਕੋਲ ਦੋ ਪਦ ਨੇ, ਜੇ ਧਿਆਨ ਦੇ ਨਾਲ ਦੇਖੋ ਤਾਂ। ठीक है,
दो पद साडे कोल y वाले किहड़े-किहड़े ने वो साडे कोल 15xy² + 7y² है। इहनूं असीं पुੱਤਰ ਐਵੇਂ भी लिख सकते हैं 2x² y। ਇਹਦੇ ਵਿੱਚੋਂ y² ਜਿਹੜਾ ਹੈ ਉਹ ਸਾਂਝਾ ਕੱਢ ਲਓ, -y² ਸਾਂਝਾ ਕੱਢ ਲਓ, -y², तो ਪਿੱਛੇ ਸਾਡੇ ਕੋਲ ਇੱਥੇ ਬਚੇਗਾ 15x, ठीक है। और ਇਹਦੇ ਵਿੱਚ ਜਾਂ ਐਵੇਂ ਨਾ ਕਰੋ ਤੁਸੀਂ, y² ਨੂੰ ਸਾਂਝਾ ਕੱਢ ਲਓ, y² ਜਮਾ ਦਾ ਹੀ ਰੱਖਾਂਗੇ ਆਪਾਂ, ਇਹਨੂੰ ਸਾਂਝਾ ਕੱਢ ਲਿਆ ਕਿਉਂਕਿ ਇਹਦੇ ਵਿੱਚ ਵੀ y² ਹੈ, ਇਸ ਪਦ ਦੇ ਵਿੱਚ ਵੀ y² ਹੈ, ਤਾਂ y² ਨੂੰ ਅਸੀਂ ਬਾਹਰ ਕੱਢ ਕੇ ਲਿਖ ਸਕਦੇ ਹਾਂ। अंदर ये साढ़े को इत्थे 15x बचेगा, ठीक है, -15x बचेगा और इत्थे साढ़े को बचेगा जमा दे 7, ठीक है। तो इस व्यंजक दे विच जिहड़ा साढ़े कोल y² वाला पद है वो साढ़े कोल ये वाला पद जिहड़ा हो जाएगा, ठीक है। तो y² वाला पद जिहड़ा इहदे विच आपां इत्थे लिख लैने वो बनेगा -15x + 7 नाल इत्थे y² भी आ जाएगा, ठीक है। तो y² का गुणांक हुण इहदे च असीं लिखना है, तो y² नूं आपां हटा दांगे, तो ये -15x ते जमा 7 ये साडे कोल y² का गुणांक हो जाएगा साडे कोल इस सवाल दे विच, ठीक है। इस तो बाद अगला साडे कोल सवाल है 7 जमा xy², 7 + xy², ठीक है। इहदे विच y² वाला पद साडे कोल दूजा पद हो गया और ਇਹਦੇ ਵਿੱਚੋਂ ਜੇ ਅਸੀਂ ਦੇਖੀਏ ਤਾਂ ਸਾਡੇ ਕੋਲ y² ਦਾ ਜਿਹੜਾ ਗੁਣਾਂਕ ਹੈ ਉਹ ਸਾਡੇ ਕੋਲ ਕੀ ਹੋ ਜਾਏਗਾ x ਹੋ ਜਾਏਗਾ, ਠੀਕ ਹੈ। ਇਹਨੂੰ ਅਸੀਂ ਬਹੁਤ ਸੋਹਣੇ ਢੰਗ ਦੇ ਨਾਲ ਸਾਰਣੀ ਬਣਾ ਕੇ ਵੀ ਲਿਖ ਸਕਦੇ ਹਾਂ, ਮਤਲਬ ਇੱਥੇ ਬਸ ਅਸੀਂ ਜਿਹੜੀਆਂ ਲਾਈਨਾਂ ਉਹ ਲਗਾ ਕੇ ਇਹਨੂੰ ਸਾਰਣੀ ਦਾ ਰੂਪ ਵੀ ਦੇ ਸਕਦੇ ਹਾਂ, ਠੀਕ ਹੈ। ਪੇਪਰ ਦੇ ਵਿੱਚ ਵੈਸੇ ਤੁਹਾਨੂੰ ਇੰਨੇ ਇਕੱਠੇ ਕੁਐਸਚਨ ਜਿਹੜੇ ਉਹ 4-5 ਤਾਂ ਨਹੀਂ ਪੁੱਛੇ ਜਾਣਗੇ, 1 ਜਾਂ 2 ਕੁਐਸਚਨ ਹੀ ਪੁੱਛੇ ਜਾਣਗੇ, ਤਾਂ ਉਹਨੂੰ ਅਸੀਂ ਅਲੱਗ-ਅਲੱਗ ਵੀ ਕਰ ਸਕਦੇ ਹਾਂ, ਠੀਕ। तो इस तो बाद अगला जिहड़ा सवाल है साडे कोल हेठ लिखे व्यंजकां दे चल पदां दे संख्यात्मक गुणांक लिखो, राइट द न्यूमेरिकल कोफिशिएंट। न्यूमेरिकल कोफिशिएंट का की भाव है वो भी असीं देखते हैं, ऑफ द टर्म्स कंटेनिंग वेरिएबल्स इन द फॉलोइंग एक्सप्रैशंस, ठीक है। जिद्दां हुण ये साडे कोल है एक पद है x 5xy, ठीक है, 5xy, तो इहदे विच जे तां असीं लिखना होवे x दा गुणांक, तो की आएगा बच्चों, x का गुणांक लिखना होवे तो x नूं इहदे चों छड्ड दांगे, बाकी साडे कोल बचिया 5y वो असीं लिख दांगे, और जे इहदे चों लिखना होवे y का गुणांक फिर असीं की करांगे, फिर इहदे चों y नूं छड्ड देवांगे ते बाकी जो साडे कोल है वो y का गुणांक आ जाएगा 5x। हुण इस सवाल दे विच सानूं ये पूछा गया है संख्यात्मक गुणांक की कीमत असीं लिखनी है। संख्यात्मक मतलब संख्या वाला जिहड़ा गुणांक है, न्यूमेरिकल कोफिशिएंट, तो 5xy दे विच संख्या किहड़ी है साडे कोल आ, ठीक है। तो जो संख्यात्मक गुणांक है साडे कोल इस पद का वो साडे कोल की हो जाएगा 5 हो जाएगा, ठीक है। तो ये साडे कोल चल वाला पद है और इहदे विच जिहड़ा संख्यात्मक गुणांक है वो साडे कोल 5, ठीक है। तो 5 नूं असीं लिखांगे इत्थे संख्यात्मक गुणांक, मतलब 5xy का संख्यात्मक गुणांक है जिहड़ा वो साडे कोल की हो जाएगा संख्यात्मक गुणांक बराबर 5, ठीक है। तो इसी ढंग दे नाल हुण इहदे विचों जिहड़े सवाल ने वो असीं करांगे एक एक करके। तो हल सब तो पहला उसी ढंग दे नाल असीं कॉलम जिहड़े वो इत्थे लिख लैने। तो व्यंजक आएगा सब तो पहला, ठीक है जी। इस तो बाद असीं इत्थे लिखने ने, ਇਹਦੇ ਵਿੱਚ ਪੁੱਛਿਆ ਸਾਨੂੰ ਵਿਅੰਜਕਾਂ ਦੇ ਚੱਲ ਪਦਾਂ ਦੇ ਸੰਖਿਆਤਮਕ ਗੁਣਾਂਕ, ਠੀਕ ਹੈ, ਜਿਹੜੇ ਚੱਲ ਵਾਲੇ ਪਦ ਨੇ। तो ਅਸੀਂ ਇੱਥੇ ਚੱਲ ਪਦ ਲਿਖਾਂਗੇ, मतलब ਉਹ ਪਦ ਉਹ ਵਾਲੀਆਂ ਟਰਮਸ ਜਿਨ੍ਹਾਂ ਦੇ ਵਿੱਚ ਸਾਡੇ ਕੋਲ ਵੇਰੀਏਬਲ ਹੈਗੇ ਨੇ, ਠੀਕ ਹੈ। ਵੇਰੀਏਬਲ ਕੰਟੇਨ ਟਰਮਸ ਕੰਟੇਨਿੰਗ, ਚੱਲ ਪਦ ਦਾ ਭਾਵ ਹੈ ਟਰਮਸ ਕੰਟੇਨਿੰਗ ਵੇਰੀਏਬਲਸ, ਉਹ ਵਾਲੀਆਂ ਟਰਮਸ ਜਿਨ੍ਹਾਂ ਦੇ ਵਿੱਚ ਵੇਰੀਏਬਲ ਭਾਵ ਚੱਲ ਹੈਗੇ ਨੇ, ਠੀਕ ਹੈ। तो ਇੱਥੇ ਅਸੀਂ ਲਿਖਾਂਗੇ ਸੰਖਿਆਤਮਕ ਗੁਣਾਂਕ, ठीक है बच्चे। तो पहला सवाल जिहड़ा साडे कोल है इहदे च तुसीं देख सकदे हो वो है 5xy - 4,
ਇਹਦੇ ਵਿੱਚ ਚੱਲ ਵਾਲਾ ਪਦ ਕਿਹੜਾ ਸਾਡੇ ਕੋਲ ਆ ਵਾਲਾ, ਜਿਹਦੇ ਵਿੱਚ ਚੱਲ ਹੈਗੇ ਨੇ, ਤਾਂ 5xy ਹੋ ਗਿਆ, ਜਿਵੇਂ ਆਪਾਂ ਪਹਿਲਾਂ ਗੱਲ ਕਰਕੇ ਆਏ। ਤਾਂ 5xy ਦੇ ਵਿੱਚ ਜਿਹੜਾ ਸੰਖਿਆਤਮਕ ਗੁਣਾਂਕ ਹੈ ਉਹ ਸਾਡੇ ਕੋਲ ਕਿੰਨਾ ਹੋ ਗਿਆ, 5 ਹੋ ਗਿਆ। ਠੀਕ ਹੈ, ਤਾਂ ਇਸੇ ਢੰਗ ਦੇ ਨਾਲ ਹੁਣ ਦੂਸਰਾ ਸਵਾਲ ਜਿਹੜਾ ਅਸੀਂ ਦੇਖਦੇ ਹਾਂ, ਸਾਡੇ ਕੋਲ ਆਏਗਾ 18 ਮਾਈਨਸ ਵਾਈ ਸਕੁਆਇਰ। ਠੀਕ ਹੈ, ਤਾਂ ਇਹਦੇ ਵਿੱਚ ਜਿਹੜਾ ਚੱਲ ਪਦ ਹੈ ਉਹ ਸਾਡੇ ਕੋਲ ਮਾਈਨਸ ਵਾਈ ਸਕੁਆਇਰ ਹੈ, ਤੇ ਇਹਦੇ ਵਿੱਚ ਸੰਖਿਆਤਮਕ ਗੁਣਾਂਕ ਹੁਣ ਸਾਡੇ ਕੋਲ ਕੀ ਹੈ, ਇਹ ਦੇਖਣ ਵਾਲੀ ਚੀਜ਼ ਹੋਏਗੀ। ਠੀਕ ਹੈ, तो ये ਆਪਾਂ ਨੂੰ ਦੇਖਣ ਨੂੰ ਲੱਗ ਸਕਦਾ ਹੈ ਕਿ -y ਸਕੁਆਇਰ ਦੇ ਵਿੱਚ ਕੋਈ ਸੰਖਿਆ ਤਾਂ ਹੈ ਹੀ ਨਹੀਂ, ਪਰ ਹੈ। ਤੁਹਾਨੂੰ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ, ਜਦੋਂ ਕੱਲਾ ਹੀ x ਸੀ ਤਾਂ x ਨੂੰ ਅਸੀਂ 1x ਲਿਖਿਆ ਹੈ ਨਾ। तो इसी तरह अगर ये -y ਸਕੁਆਇਰ है तो ਇਹਦਾ ਭਾਵ ਹੈ ਇੱਥੇ ਸਾਡੇ ਕੋਲ -1 ਹੈ ਤੇ ਨਾਲ y ਸਕੁਆਇਰ ਹੈ। ठीक है, तो y ਸਕੁਆਇਰ ਦਾ ਜਿਹੜਾ ਗੁਣਾਂਕ ਹੈ ਇਹਦੇ ਵਿੱਚ ਉਹ ਸਾਡੇ ਕੋਲ ਕਿੰਨਾ ਆਏਗਾ, -1 ਘਟਾਓ ਦਾ 1। इस तो बाद तीसरा सवाल साडे कोल है 4pq - 5p 4pq - 5p। तो ਇਹਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਸਾਡੇ ਕੋਲ ਦੋਨੋਂ ਜਿਹੜੇ ਪਦ ਨੇ ਉਹਦੇ ਵਿੱਚ ਇਹ ਇੰਗਲਿਸ਼ ਦੇ ਲੈਟਰ ਹੈਗੇ ਆ, ਭਾਵ ਦੋਨੋਂ ਹੀ ਪਦ ਸਾਡੇ ਕੋਲ ਉਹ ਚੱਲ ਵਾਲੇ ਨੇ ਇਹਦੇ ਵਿੱਚ। ਠੀਕ ਹੈ, तो ਇਹਦੇ ਵਿੱਚ ਜਿਹੜੇ ਚੱਲ ਪਦ ਨੇ, ਚੱਲ ਵਾਲੇ ਪਦ ਨੇ, ਉਹ ਸਾਡੇ ਕੋਲ ਇੱਕ ਤਾਂ ਹੋ ਗਿਆ 4pq ਤੇ ਕੌਮਾ ਪਾ ਕੇ ਅਸੀਂ ਦੂਸਰਾ ਪਦ ਵੀ ਨਾਲ ਲਿਖਾਂਗੇ 5p। ठीक है, तो पहले पद का ਜਿਹੜਾ ਗੁਣਾਂਕ ਹੈ ਉਹ ਸਾਡੇ ਕੋਲ ਆਏਗਾ 4, दूसरे पद का जिहड़ा गुणांक है वो साडे कोल आएगा -5। ठीक, इस तो बाद चौथा सवाल जिहड़ा साडे कोल है 4x - 3y। ਇਹਦੇ ਵਿੱਚ ਵੀ ਸਾਡੇ ਕੋਲ ਦੋਨੋਂ ਹੀ ਪਦਾਂ ਦੇ ਵਿੱਚ ਚੱਲ ਹੈਗੇ ਨੇ। तो ये 4x आएगा, दूसरा पद जिहड़ा साडे कोल -3y आएगा। पहले पद दे विच जिहड़ा गुणांक है, संख्यात्मक गुणांक वो 4 है, दूसरे पद दे विच जिहड़ा संख्यात्मक गुणांक है, न्यूमेरिकल कोफिशिएंट है सैकेंड टर्म दे विच वो साडे कोल -3 है। ठीक है, इस तो बाद पंजवां सवाल, कोशिश करो वीडियो नूं पॉज करो, जिहड़ियां रकमां ने उपर स्टेटमेंट्स ने वो सारियां नोट करो, तो इन्हां नूं अपने आप जिहड़ा सवालां नूं हल करन दी कोशिश करो, हल करन दा यतन करो। ठीक है, अगर फिर भी नहीं पता लगदे, फिर भी कोई दिक्कत आती है, फिर वीडियो नूं पॉज कर जिहड़ा प्ले करके अगे तुसीं देख लो। ठीक है, तो बैटर है कि अपने आप प्रैक्टिस करोगे उन्ना ही ज़्यादा फायदा होएगा। तो ये साडे कोल जिहड़े चल वाले पद ने वो दो ने, 2y ते दूसरा साडे कोल -z। साइन नाल ही रखना है, तुहानूं पहलां भी कहा। तो 2z का जिहड़ा गुणांक है, संख्यात्मक गुणांक, वो साडे कोल 2 है, और -y का संख्यात्मक गुणांक जिवें असीं -y स्क्वायर का देखिया सी, उसे ढंग दे नाल -y का देखांगे, साडे कोल -1 आएगा। ठीक है, इस तो बाद छेवां सवाल साडे कोल जिहड़ा छेवां सवाल है 7x स्क्वायर -y। ਇਹਦੇ ਵਿੱਚ ਵੀ ਦੋਨੋਂ ਪਦਾਂ ਦੇ ਵਿੱਚ ਹੀ ਸਾਡੇ ਕੋਲ ਚੱਲ ਹੈ। तो 7x स्क्वायर ਇਹ ਵੀ ਸਾਡੇ ਕੋਲ ਚੱਲ ਵਾਲਾ ਪਦ ਹੈ, ਕੌਮਾ -y ਇਹ ਵੀ ਚੱਲ ਵਾਲਾ ਪਦ ਹੈ। ਇਹਦੇ ਵਿੱਚ ਪਹਿਲੇ ਪਦ ਦੇ ਵਿੱਚ ਜਿਹੜਾ ਗੁਣਾਂਕ ਹੈ, ਸੰਖਿਆਤਮਕ ਗੁਣਾਂਕ, ਉਹ ਸਾਡੇ ਕੋਲ 7 ਹੈ, ਤੇ ਦੂਸਰੇ ਪਦ ਦੇ ਵਿੱਚ ਜਿਹੜਾ ਸੰਖਿਆਤਮਕ ਗੁਣਾਂਕ ਹੈ ਉਹ -1 ਹੈ। ठीक है, अगला सवाल है साडे कोल 7वां सवाल 4/3x - 5। 4/3x - 5। ठीक है, तो ਇਹਦੇ ਵਿੱਚ ਵੀ ਹੁਣ ਜਿਹੜਾ ਚੱਲ ਪਦ ਹੈ ਉਹ ਸਾਡੇ ਕੋਲ ਕਿਹੜਾ ਆਏਗਾ, 4/3x, ਤੇ ਇਹਦਾ ਜਿਹੜਾ ਸੰਖਿਆਤਮਕ ਗੁਣਾਂਕ ਹੈ ਉਹ ਸਾਡੇ ਕੋਲ ਸੰਖਿਆ 4/3 ਆਏਗੀ। ठीक है, इस तो बाद अगला सवाल साडे कोल 8वां, ते फिर आएगा साडे कोल सवाल 9वां। 8वें सवाल की जिहड़ी रकम है वो साडे कोल -x/4 + 5। हाँ जी बच्चों, तो ਇਹਦੇ ਵਿੱਚ ਜਿਹੜਾ ਚੱਲ ਵਾਲਾ ਪਦ ਹੈ ਉਹ ਵਾਲੀ ਟਰਮ ਜਿਹਦੇ ਵਿੱਚ ਸਾਡੇ ਕੋਲ ਵੇਰੀਏਬਲ ਜਿਹੜਾ ਮੌਜੂਦ ਹੈ ਉਹ ਹੈ ਪਹਿਲੀ ਟਰਮ, ਫਰਸਟ ਟਰਮ -x/4। ठीक है, तो ਇਹਨੂੰ ਅਸੀਂ ਜੇ ਲਿਖਣਾ ਹੋਵੇ ਤਾਂ ਇਹਨੂੰ ਅਸੀਂ -1/4 ਗੁਣਾ x ਲਿਖ ਸਕਦੇ ਹਾਂ। ठीक है, ਇਹਦਾ ਭਾਵ ਸੇਮ ਇਹੀ ਹੈ, x ਜਿਹੜਾ 1 ਦੇ ਨਾਲ ਗੁਣਾ ਹੋਇਆ ਤਾਂ ਸਾਡੇ ਕੋਲ -1x ਜਿਹੜਾ ਬਣ ਜਾਂਦਾ ਹੈ। तो ਇਹਦਾ ਜਿਹੜਾ ਗੁਣਾਂਕ ਹੈ ਸਾਡੇ ਕੋਲ ਸੰਖਿਆਤਮਕ ਗੁਣਾਂਕ, न्यूमेरिकल कोफिशिएंट है ਸਾਡੇ ਕੋਲ x ਦਾ, ਉਹ ਬਣੇਗਾ -1/4। ठीक है, जो भी वेरिएबल है ਉਹਦਾ जो गुणांक है वो ਸਾਡੇ ਕੋਲ -1/4 बनेगा। इस तो बाद 9वां सवाल ਸਾਡੇ ਕੋਲ है 5z² + 5, सॉरी yz² + 5। तो ਇਹਦੇ ਵਿੱਚ ਬੱਚਿਓ y ਜਿਹੜਾ ਸਾਡੇ ਕੋਲ ਚੱਲ ਪਦ ਹੈ ਉਹ ਪਹਿਲਾਂ ਵਾਲਾ ਹੈ, yz²। ठीक है, और ਇਹਦਾ ਜਿਹੜਾ ਗੁਣਾਂਕ ਹੈ ਉਹ ਅਸੀਂ ਦੇਖ ਸਕਦੇ ਹਾਂ, ਕਿਉਂਕਿ ਇਹਦੇ ਨਾਲ ਕੋਈ ਵੀ ਸੰਖਿਆ ਇੱਥੇ ਨਹੀਂ ਹੈ, ਤਾਂ ਸਾਡੇ ਕੋਲ ਜਮਾ ਦਾ 1 ਜਿਹੜਾ ਹੈ ਉਹ ਸਾਡੇ ਕੋਲ ਗੁਣਾਂਕ ਬਣੇਗਾ। ठीक है, तो इस ढंग ਦੇ ਨਾਲ ਆਪਾਂ ਇਹ ਸਾਰੇ ਸਵਾਲ ਜਿਹੜੇ ਉਹ ਕਰ ਸਕਦੇ ਹਾਂ। ठीक है, तो ਇਹਨੂੰ ਥੋੜਾ ਜਿਹਾ ਮੈਂ ਸਾਰਣੀ ਦੇ ਰੂਪ ਦੇ ਵਿੱਚ ਬਣਾ ਦਿੰਨਾ।
ਤੁਸੀਂ ਵੀ ਇਵੇਂ ਕਰ ਸਕਦੇ ਹੋ। तो इस ढंग ਦੇ ਨਾਲ ਤੁਸੀਂ ਇਹਨੂੰ ਸਾਰਣੀ ਦਾ ਰੂਪ ਵੀ ਦੇ ਸਕਦੇ ਹੋ। ਠੀਕ ਹੈ, ਪੈਨਸਿਲ ਦੇ ਨਾਲ ਇਹ ਲਾਈਨਸ ਲਗਾਣੀਆਂ ਤੇ ਉਹ ਕੰਮ ਜਿਹੜਾ ਕੀਤਾ ਹੋਇਆ ਬਹੁਤ ਸੋਹਣਾ ਲੱਗੇਗਾ। ਠੀਕ ਹੈ ਵਿਦਿਆਰਥੀਓ।